सब्सक्राइब करें हमारा ऑफिशियल यूट्यूब चैनल और बेल आइकन दबाकर पाएं सभी नोटिफिकेशन। MH1 ਪ੍ਰਾਈਮ ਦੀ ਇਸ ਸਪੈਸ਼ਲ ਇੰਟਰਵਿਊ ਸੀਰੀਜ਼ ਦੇ ਵਿੱਚ ਅੱਜ ਸਾਡੇ ਨਾਲ ਖਾਸ ਮਹਿਮਾਨ ਨੇ ਵਿਜੇ ਸਾਂਪਲਾ ਜੀ, ਪੰਜਾਬ ਦੀ ਸਿਆਸਤ ਦਾ ਇੱਕ ਵੱਡਾ ਚਿਹਰਾ, ਇੱਕ ਵੱਡਾ ਨਾਮ, SC ਕਮਿਸ਼ਨ ਦੇ ਚੇਅਰਮੈਨ। ਸਾਂਪਲਾ ਜੀ, ਬਹੁਤ ਬਹੁਤ ਸਵਾਗਤ ਜੀ। ਧੰਨਵਾਦ ਜੀ। ਅੱਜ ਅਸੀਂ ਦੇਖ ਰਹੇ ਹਾਂ ਕਿ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਦਾ ਸਮਾਂ ਨਜ਼ਦੀਕ ਆਈ ਜਾ ਰਿਹਾ ਹੈ। ਅਸੀਂ ਇੱਕ ਸਭ ਤੋਂ ਪਹਿਲਾ ਸਵਾਲ ਜੋ ਤੁਹਾਡੇ ਤੋਂ ਬਣਦਾ ਹੈ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਅੱਜ ਦੀ ਡੇਟ ਤੇ ਦਲਿਤ ਵੋਟ ਬੈਂਕ ਨੂੰ ਸਾਰੀ ਜਿਹੜੀਆਂ ਪਾਰਟੀਆਂ ਨੇ ਉਹਨੂੰ ਲਿਓਰ ਕਰਨ ਦੀ, ਉਹਨੂੰ ਲੁਭਾਉਣ ਦੀ ਬੜੀਆਂ ਕੋਸ਼ਿਸ਼ਾਂ ਕਰ ਰਹੀਆਂ। ਦਲਿਤ ਵੋਟ ਬੈਂਕ ਦਾ ਕੀ ਇਸਤੇਮਾਲ ਹੋਏਗਾ ਜਾਂ ਕੀ ਉਹਦਾ ਯੂਜ਼ ਹੋਏਗਾ ਜਾਂ ਕਿਸ ਤਰ੍ਹਾਂ ਉਹਨੂੰ ਯੂਜ਼ ਕਰਨਾ ਚਾਹੁੰਦੀਆਂ ਸਾਰੀਆਂ ਪਾਰਟੀਆਂ? ਕੋਈ ਉਹਨਾਂ ਨੂੰ ਡਿਪਟੀ CM ਬਣਾਉਣ ਦਾ ਵਾਅਦਾ ਕਰ ਰਿਹਾ, ਕੋਈ CM ਬਣਾਉਣ ਦਾ ਵਾਅਦਾ ਕਰ ਰਿਹਾ। ਤੁਸੀਂ ਕੀ ਕਹਿਣਾ ਚਾਹੋਗੇ? ਅਸੀਂ ਤਾਂ ਉਹਨਾਂ ਸਾਰੀਆਂ ਪਾਰਟੀਆਂ ਦਾ ਸਵਾਗਤ ਕਰਾਂਗੇ ਜੋ ਦਲਿਤਾਂ ਨੂੰ ਸਨਮਾਨ ਦੇਣ ਦੀ ਗੱਲ ਕਰਦੇ। ਜਿਹੜਾ ਡਿਪਟੀ CM ਬਣਾਉਂਦਾ ਅਸੀਂ ਤਾਂ ਉਹਦੀ ਵੀ ਸਵਾਗਤ ਕਰਦੇ ਹਾਂ, ਪਰ ਬਹੁਤ ਸਾਰੀ ਰਾਸ਼ਟਰੀ ਪਾਰਟੀਆਂ ਵੀ ਕਹਿ ਰਹੀਆਂ ਕਿ ਡਿਪਟੀ CM ਤਾਂ ਕੋਈ ਪਦ ਹੀ ਨਹੀਂ ਹੁੰਦਾ, ਕੋਈ ਸੰਵਿਧਾਨਿਕ ਪਦ ਨਹੀਂ ਹੈਗਾ, ਅਤੇ ਅਸੀਂ ਤਾਂ ਅੱਗੇ ਵੱਧ ਕੇ CM ਬਣਾਵਾਂਗੇ। ਅਸੀਂ ਤਾਂ ਉਹਨਾਂ ਦਾ ਹੋਰ ਵੀ ਜ਼ਿਆਦਾ ਸਵਾਗਤ ਕਰਾਂਗੇ ਕਿ ਜਿਹੜੇ ਸੰਵਿਧਾਨਿਕ ਪਦ 'ਤੇ ਵੀ ਬਿਠਾਲਣ ਦੇ ਲਈ ਐਸਾ ਰਾਸ਼ਟਰੀ ਪਾਰਟੀਆਂ ਸੋਚ ਰਹੀਆਂ ਕਿ ਅੱਜ ਤੱਕ ਤਾਂ ਦਲਿਤ ਆਪਣੇ ਆਪ ਨੂੰ ਅਸਹਾਏ ਸਮਝਦਾ ਸੀ, ਅੱਜ ਉਹ ਨਿਰਣਾਇਕ ਹੋਣ ਜਾ ਰਿਹਾ ਹੈ। ਅਤੇ ਇਹਦੇ 'ਚ ਮੇਰੇ ਲਈ ਤਾਂ ਐਜ SC ਕਮਿਸ਼ਨ ਦੇ ਚੇਅਰਮੈਨ ਦੇ ਨਾਤੇ ਮੇਰੇ ਲਈ ਤਾਂ ਖੁਸ਼ੀ ਦੀ ਗੱਲ ਹੈ। ਪਰ ਕਈ ਜਿਹੜੀ ਪਾਰਟੀਆਂ ਹੁੰਦੀਆਂ ਨੇ ਇੱਕ ਵੋਟ ਬੈਂਕ ਦੇ ਤਰ੍ਹਾਂ ਯੂਜ਼ ਕਰਦੀਆਂ, ਕਈ ਵੱਡੇ ਵੱਡੇ ਵਾਅਦੇ ਕਰਦੇ ਜਿਹੜੇ ਅਸੀਂ ਦੇਖਦੇ ਬਾਅਦ 'ਚ ਪੂਰੇ ਨਹੀਂ ਹੁੰਦੇ। ਇਸ ਬਾਰੇ ਕੀ ਕਹਿਣਾ ਚਾਹੋਗੇ? ਇਹਦੇ ਲਈ ਮੈਂ ਤਾਂ ਇਹੀ ਕਹਾਂਗਾ ਕਿ ਵੀ ਜਿਨ੍ਹਾਂ ਨੇ ਵੋਟ ਦੇਣੀ ਉਹਨਾਂ ਨੇ ਆਪਣਾ ਸੋਚ ਸਮਝ ਕੇ ਦੇਣ, ਕਿ ਹਰੇਕ ਦਾ ਵੋਟ ਦੇਣਾ ਅਧਿਕਾਰ ਆ। ਉਹ ਐਜ ਇੱਕ ਨਾਗਰਿਕ ਹੋਣ ਦੇ ਨਾਤੇ ਤਾਂ ਮੈਂ ਇਹੀ ਕਹਿ ਸਕਦਾ ਕਿ ਵੋਟ ਦੇਣ ਤੋਂ ਪਹਿਲਾਂ ਸਾਰੀਆਂ ਪਾਰਟੀਆਂ ਨੂੰ ਇਹ ਜ਼ਰੂਰ ਸੋਚਣਾ ਚਾਹੀਦਾ ਕਿ ਕੌਣ ਕਿਸ ਚੀਜ਼ ਦਾ ਭਲਾ ਕਰ ਸਕਦਾ। ਇਕੱਲਾ ਉਹਨਾਂ ਦਾ ਵਿਅਕਤੀਗਤ ਹੀ ਭਲਾ ਨਾ ਹੋਵੇ, ਕਿਹੜੀ ਪਾਰਟੀ ਐਸੀ ਹੈ ਜਿਹੜੀ ਪੰਜਾਬ ਦਾ ਭਲਾ ਕਰ ਸਕਦੀ ਹੈ, ਆਪਣੇ ਸੂਬੇ ਦਾ ਭਲਾ ਕਰ ਸਕਦੀ ਹੈ, ਇਹ ਸੋਚਣਾ ਜ਼ਰੂਰੀ ਹੈ। ਕਿਹੜੀ ਹੈ ਕਿ ਜਿਹਦੇ ਕਹਿਣ ਦੇ ਉੱਤੇ ਇੰਡਸਟਰੀ ਇੱਥੇ ਵੱਡੀ ਆਏਗੀ ਅਤੇ ਲੋਕਾਂ ਨੂੰ ਰੁਜ਼ਗਾਰ ਮਿਲੇਗਾ, ਕਿਉਂਕਿ ਹਾਲੇ ਤੱਕ ਤਾਂ ਐਸਾ ਕੋਈ ਵੀ ਪਾਰਟੀ ਹਾਲੇ ਤੱਕ ਖਰੀ ਉਤਰਦੀ ਸਾਹਮਣੇ ਦਿਖਾਈ ਨਹੀਂ ਦਿੱਤੀ। ਅਤੇ ਇਹ ਇੱਕ ਨਾਗਰਿਕ ਹੋਣ ਦੇ ਨਾਤੇ ਮੈਂ ਆਪਣਾ ਜਿਹੜਾ ਕਮੈਂਟ ਦੇ ਸਕਦਾ ਕਿ ਲੋਕਾਂ ਨੂੰ ਆਪਣਾ ਵਿਚਾਰ ਸੋਚ ਸਮਝ ਕੇ ਆਪਣੇ ਵੋਟ ਦਾ ਮਤ ਦਾ ਅਧਿਕਾਰ ਕਰਨਾ ਚਾਹੀਦਾ। ਇੱਕ ਚੀਜ਼ ਹੋਰ ਨੋਟਿਸ ਕੀਤੀ ਕਿ ਜਦੋਂ ਦੇ ਤੁਸੀਂ ਚੇਅਰਮੈਨ ਬਣੇ ਹੋ SC ਕਮਿਸ਼ਨ ਦੇ, ਪੂਰੇ ਕੰਮਕਾਜ ਦੇ ਵਿੱਚ ਇੱਕ ਨਵੀਂ ਸਪੀਡ, ਇੱਕ ਨਵੀਂ ਟਰਾਂਸਪੇਰੈਂਸੀ ਆ ਗਈ ਹੈ। ਤੁਸੀਂ ਵੀ ਬੜੇ ਐਕਟਿਵਲੀ ਹਰ ਚੀਜ਼ ਦੇ ਵਿੱਚ ਇਨਵੋਲਵ ਹੋ। ਅਸੀਂ ਜਿਸ ਤਰ੍ਹਾਂ ਸੁਣਿਆ ਕੋਰਟਸ ਵੀ ਲਗਾਉਂਦੇ ਹੋ, ਕੇਸਿਸ ਦੀ ਸੁਣਵਾਈ ਵੀ ਕਰਦੇ ਹੋ। ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਵਟ ਇਜ਼ ਯੋਰ ਪਲਾਨ? ਕਿਸ ਤਰ੍ਹਾਂ ਤੁਸੀਂ ਇਹਨੂੰ ਹੋਰ ਅੱਗੇ ਵਧਾ ਰਹੇ ਹੋ? ਨਹੀਂ, ਇਹ ਤਾਂ ਕਮਿਸ਼ਨ ਦੀ ਜਿਹੜਾ ਉਹਦਾ ਅਧਿਕਾਰ ਹੈ ਕਿ ਸੁਣਵਾਈ ਕਰਨਾ, ਔਰ ਸਾਡੇ ਕੋਲ ਵਿਅਕਤੀ ਉਹੀ ਆਉਂਦਾ ਜਿਹੜਾ ਆਣ ਕੇ ਇਹ ਕਹਿੰਦਾ ਕਿ ਮੇਰੇ ਨਾਲ ਅਨਿਆਏ ਹੋਇਆ। ਜਿਹਦੇ ਨਾਲ ਅਨਿਆਏ ਹੋਣਾ ਔਰ ਅਨੁਸੂਚਿਤ ਜਾਤੀ ਦੇ ਨਾਲ ਕਿਸੇ ਦਾ ਵੀ ਅਨਿਆਏ ਹੋਏ ਉਹਨੂੰ ਅਸੀਂ ਸੁਣਨਾ ਸਾਡਾ ਕੰਮ ਹੈ। ਔਰ ਬਹੁਤ ਸਾਰੇ ਕੰਮ ਸਾਡੇ ਨੋਟਿਸ ਭੇਜਣ ਨਾਲ ਹੋ ਜਾਂਦੇ, ਕੁਛ ਕੁ ਨੂੰ ਅਸੀਂ ਸੁਣਵਾਈ ਦੇ ਤਹਿਤ ਹੁੰਦਾ, ਕਈਆਂ ਦੇ ਫਿਰ ਸੁਣਵਾਈ 'ਤੇ ਨਹੀਂ ਆਉਂਦੇ, ਉਹਨਾਂ ਨੂੰ ਅਸੀਂ ਸੰਮਨ ਵੀ ਭੇਜ ਸਕਦੇ ਹਾਂ, ਨਾਨ ਅਵੇਲੇਬਲ ਸੰਮਨ ਵੀ ਭੇਜ ਸਕਦੇ ਹਾਂ। ਇਹ ਪੈਰੋਗੇਟਿਵ, ਪਰ ਅਖੀਰ ਅਸੀਂ ਹਾਲੇ ਤੱਕ ਇੱਥੇ ਤੱਕ ਹੈ ਕਿ ਆਰਾਮ ਨਾਲ ਹੀ ਜਿਹੜਾ ਆ ਬੁਲਾਇਆ ਜਾਣਾ ਚਾਹੀਦਾ ਹੈ। ਉਹਨਾਂ ਨੂੰ ਨੋਟਿਸ ਦੇ ਕੇ ਹੀ ਬੁਲਾਇਆ ਜਾਣਾ ਚਾਹੀਦਾ ਤਾਂ ਕਿ ਉਹਦੇ ਨਾਲ ਛੇਤੀ ਸਮਾਧਾਨ ਹੋ ਜਾਂਦਾ ਔਰ ਲੋੜਵੰਦ ਨੂੰ ਆਰਾਮ ਨਾਲ, ਆਸਾਨੀ ਨਾਲ ਨਿਆਂ ਵੀ ਮਿਲ ਜਾਂਦਾ। ਤੁਹਾਡੇ ਪ੍ਰਯਾਸਾਂ ਦੇ ਨਾਲ ਜਿਹੜਾ ਪੰਜਾਬ ਦੇ ਵਿੱਚ ਜੁਡੀਸ਼ਰੀ ਨੂੰ ਲੈ ਕੇ ਜਿਹੜਾ ਡਿਸੀਜ਼ਨ ਹੋਇਆ, ਬਰੀਫਲੀ ਸਾਨੂੰ ਦੱਸਣਾ ਚਾਹੋਗੇ ਕਿ ਇਹਦੇ 'ਚ ਕੀ ਡਿਸੀਜ਼ਨ ਹੋਇਆ? ਦੇਖੋ, ਇੱਕ ਜੁਡੀਸ਼ਰੀ ਦੇ ਵਿੱਚ ਜਿਹੜੇ ਪੰਜਾਬ ਸਰਕਾਰ ਦੇ ਇੰਪਲਾਈ ਸੀਗੇ, ਕਰਮਚਾਰੀ ਨੇ, ਉਹ ਅਫੀਸਰਸ ਨੇ ਜਾਂ ਕਰਮਚਾਰੀ ਜਾਂ ਜੱਜਿਸ ਨੇ, ਉਹਨਾਂ ਨੂੰ ਜਿਹੜੀ ਇਹਦੇ ਵਿੱਚ ਰਿਜ਼ਰਵੇਸ਼ਨ ਦਾ ਲਾਭ ਨਹੀਂ ਸੀ ਦਿੱਤਾ ਜਾ ਰਿਹਾ। ਔਰ ਜਦੋਂ ਸਾਡੇ ਕੋਲ ਸ਼ਿਕਾਇਤ ਆਈ ਸੀ, ਅਸੀਂ ਪੰਜਾਬ ਸਰਕਾਰ ਨੂੰ ਪੁੱਛਿਆ ਵੀ ਸੀ, ਅਤੇ ਪੰਜਾਬ ਸਰਕਾਰ ਵੱਲੋਂ ਇਹੀ ਕਹਿਣਾ ਸੀ ਕਿ ਇਹਦੇ 'ਚ ਜੁਡੀਸ਼ਰੀ ਦੇ ਵਿੱਚ ਰਿਜ਼ਰਵੇਸ਼ਨ ਨਹੀਂ ਹੈ, ਸੁਪਰੀਮ ਕੋਰਟ ਔਰ ਹਾਈ ਕੋਰਟ ਦੀਆਂ ਹਦਾਇਤਾਂ 'ਤੇ। ਪਰ ਕਿਉਂਕਿ ਉਹ ਸੁਪਰੀਮ ਕੋਰਟ ਔਰ ਹਾਈ ਕੋਰਟ ਦੇ ਵਿੱਚ ਤੇ ਇਹ ਰਿਜ਼ਰਵੇਸ਼ਨ ਦਾ ਪ੍ਰਾਵਧਾਨ ਨਹੀਂ ਹੈ, ਪਰ ਸੂਬਾ ਸਰਕਾਰਾਂ ਦੇ ਵਿੱਚ ਸੇਵਾ ਨਿਭਾ ਰਹੇ, ਚਾਹੇ ਨਿਆਂਪਾਲਿਕਾ ਦਾ ਵੀ ਸੇਵਾ ਨਿਭਾ ਰਹੇ ਜਿਹੜੇ ਜੱਜਿਸ ਨੇ, ਉਹਨਾਂ ਦੇ ਕੋਲ ਪ੍ਰਾਵਧਾਨ ਹੈ। ਔਰ ਜਦੋਂ ਅਸੀਂ ਉਹਨਾਂ ਨੂੰ ਕਿਹਾ ਵੀ, ਪਰ ਉਹਨਾਂ ਨੇ ਇਹੀ ਵਾਰ ਕਿਹਾ ਕਿ ਸਾਨੂੰ ਹਾਈ ਕੋਰਟ ਦੇ ਕਾਰਨ ਜਿਹੜੀ ਐਸੀ ਕੋਈ ਸਾਨੂੰ ਪਰਮਿਸ਼ਨ ਨਹੀਂ ਦਿੱਤੀ, ਜਾਂ ਉਹਨਾਂ ਦੇ ਕਾਰਨ ਰੁਕਾਵਟ ਹੈ, ਔਰ ਇਹ ਸਾਰਾ ਕੰਮ ਉਹੀ ਦੇਖਦੇ ਆ, ਹਾਈ ਕੋਰਟ ਹੀ ਦੇਖਦਾ ਹੈ। ਔਰ ਇਸ ਦੇ ਉੱਤੇ ਪਹਿਲਾਂ ਵੀ ਇੱਕ ਫੈਸਲਾ ਆ ਗਿਆ ਸੀ ਜਿਸ ਦਾ ਅਸੀਂ ਹਵਾਲਾ ਦਿੱਤਾ ਸੀ, ਬਿਹਾਰ ਸਰਕਾਰ ਦੇ ਨਾਲ ਹੋਇਆ ਸੀ, ਔਰ ਉਹਦੇ 'ਚ ਵੀ ਆਇਆ ਸੀ ਕਿ ਵੀ ਇਹ ਸੂਬਾ ਸਰਕਾਰਾਂ ਦਾ ਹੀ ਜਿਹੜਾ ਆ ਉਹਨਾਂ ਨੇ ਹੀ ਫੈਸਲਾ ਲੈਣਾ ਹੁੰਦਾ। ਔਰ ਪੰਜਾਬ ਸਰਕਾਰ ਨੇ ਐਕਟ ਜਿਹੜਾ ਆਲਰੇਡੀ 2006 ਦਾ ਪਾਸ ਕੀਤਾ, ਅਸੀਂ ਉਹਨਾਂ ਨੂੰ ਇਹੀ ਕਿਹਾ ਕਿ ਜਦ ਇਹ ਸੂਬਾ ਦਾ ਹੀ ਅਧਿਕਾਰ ਹੈ, ਸੂਬਿਆਂ ਦਾ ਅਧਿਕਾਰ ਹੈ, ਅਤੇ ਪੰਜਾਬ ਸੂਬੇ ਨੂੰ ਵੀ ਆਪਣਾ ਉਸ ਅਧਿਕਾਰ ਦਾ ਇਸਤੇਮਾਲ ਕਰਦੇ ਹੋਏ ਜਿਹੜੇ ਇਹ ਸੇਵਾਵਾਂ
ਨਿਆਂਪਾਲਕਾਂ ਦੀਆਂ ਸੇਵਾਵਾਂ ਦੇ ਰਹੇ ਨੇ ਉਹਨਾਂ ਨੂੰ ਵੀ ਰਿਜ਼ਰਵੇਸ਼ਨ ਦਾ ਲਾਭ ਮਿਲਣਾ ਚਾਹੀਦਾ ਹੈ। ਲਾਸਟ ਸਵਾਲ ਜੀ, ਜੋ ਪੰਜਾਬ ਦੇ ਇਲੈਕਸ਼ਨਾਂ ਤੋਂ ਪਹਿਲਾਂ ਵੀ ਅਸੀਂ ਦੇਖ ਰਹੇ ਹਾਂ ਪੋਲੀਟੀਕਲ ਐਕਟੀਵਿਟੀਜ਼ ਹੈ, ਜਿਸ ਤਰ੍ਹਾਂ ਤੁਹਾਡੀ ਵੀ ਪੋਲੀਟੀਕਲ ਐਕਟੀਵਿਟੀਜ਼ ਥੋੜ੍ਹੀ ਜਿਹੀ ਵਧੀਆਂ ਹੋਈਆਂ, ਤੁਸੀਂ ਮੁਲਾਕਾਤਾਂ ਵੀ ਦੌਰ ਕਰ ਰਹੇ ਹੋ। ਪੰਜਾਬ ਅਸੀਂ ਮੀਡੀਆ ਦੇ ਵਿੱਚ ਵੀ ਸਪੈਕੂਲੇਸ਼ਨਸ ਨੇ, ਰਿਪੋਰਟਸ ਨੇ ਕਿ ਇੱਕ ਪੰਜਾਬ ਦਾ ਸੀਐਮ ਦੇ ਤੌਰ ਤੇ ਪਾਰਟੀ ਤੁਹਾਨੂੰ ਪ੍ਰੋਜੈਕਟ ਕਰ ਰਹੀ ਹੈ। ਪਹਿਲੀ ਗੱਲ ਤਾਂ ਮੇਰੀ ਕੋਈ ਵੀ ਪੋਲੀਟੀਕਲ ਐਕਟੀਵਿਟੀ ਨਹੀਂ ਹੈ, ਮੇਰੀ ਸੋਸ਼ਲ ਐਕਟੀਵਿਟੀ ਹੈ ਔਰ ਐਜ਼ ਏ ਜਿਹੜਾ ਚੇਅਰਮੈਨ ਦੇ ਨਾਤੇ ਜਿਹੜੀ ਮੇਰੀ ਐਕਟੀਵਿਟੀ ਹੋਣੀ ਚਾਹੀਦੀ ਉਹੀ ਐਕਟੀਵਿਟੀ ਹੈ, ਕਿਉਂਕਿ ਕੰਮ ਕਰਨ ਦੇ ਕਈ ਤਰੀਕੇ ਨੇ ਹੁੰਦੇ। ਕੁਛ ਚੀਜ਼ਾਂ ਅਸੀਂ ਸਮਾਜ ਦੇ ਵਿੱਚ ਮਿਲ ਬੈਠ ਕੇ ਕਰਦੇ ਹਾਂ, ਜਿਹਨੂੰ ਅਸੀਂ ਪੰਚਾਇਤੀ ਰੋਜ਼ ਤੌਰ ਤੇ ਵੀ ਕਰਦੇ ਹਾਂ। ਅਸੀਂ ਵੀ ਫੈਸਲਾ ਲੈਣ ਲੱਗੇ, ਬਹੁਤ ਸਾਰੇ ਫੈਸਲੇ ਅਸੀਂ ਕੋਸ਼ਿਸ਼ ਕਰੀਦੀ ਕਿ ਪੰਚਾਇਤੀ ਫੈਸਲੇ ਹੋਣ। ਜਦੋਂ ਪੰਚਾਇਤੀ ਫੈਸਲਾ ਹੁੰਦਾ ਭਾਵ ਸਰਬਸੰਮਤੀ ਨਾਲ ਹੁੰਦਾ, ਉਹ ਸਾਰਿਆਂ ਨੂੰ ਮੰਨਿਆ ਹੁੰਦਾ, ਤੇ ਐਸਾ ਫੈਸਲਾ ਲੈਣ ਦੀ ਵੀ ਕੋਸ਼ਿਸ਼ ਕਰਦੇ ਹਾਂ। ਔਰ ਉਹਦੇ ਲਈ ਸਾਨੂੰ ਬਾਰ-ਬਾਰ ਹਰੇਕ ਨੂੰ ਮਿਲਣਾ ਗਿਲਣਾ ਔਰ ਆਉਣਾ ਜਾਣਾ ਵੀ ਹੁੰਦਾ। ਜੇ ਅਸੀਂ ਤੁਸੀਂ ਇਮਾਨਦਾਰੀ ਨਾਲ ਕੰਮ ਕਰਨਾ ਤਾਂ ਤੁਹਾਨੂੰ ਗਰਾਊਂਡ 'ਤੇ ਕੁਛ ਨਾ ਕੁਛ ਕੰਮ ਵੀ ਕਰਨਾ ਪਏਗਾ, ਔਰ ਉਹੀ ਕੰਮ ਮੈਂ ਕਰ ਰਿਹਾ। ਇਸ ਤੋਂ ਇਲਾਵਾ ਮੈਂ ਕੋਈ ਪੋਲੀਟੀਕਲੀ ਐਕਟੀਵਿਟੀ ਮੇਰੀ ਕੋਈ ਨਹੀਂ। ਲਾਸਟ ਸਵਾਲ, ਕਿਸਾਨੀ ਅੰਦੋਲਨ ਦੇ ਵਿੱਚ ਲੈ ਕੇ ਕੋਈ ਅਗਰ ਸਰਕਾਰ ਤੁਹਾਨੂੰ ਕੋਈ ਮੀਡੀਏਟਰ ਦੀ ਕੋਈ ਭੂਮਿਕਾ ਤੁਸੀਂ ਨਿਭਾਉਣਾ ਚਾਹੋ, ਜਾਂ ਤੁਸੀਂ ਚਾਹੁੰਦੇ ਹੋ ਕਿ ਕ੍ਰਾਈਸਿਸ ਕਾਫੀ ਵੱਧ ਗਿਆ ਹੈ, ਇਹਦੇ ਵਿੱਚ ਤੁਸੀਂ ਕੋਈ ਇਹਦੇ 'ਚ ਕੋਈ ਰੋਲ ਨਿਭਾਉਣਾ ਚਾਹੋ, ਕਰ ਸਕਦੇ ਹੋ ਇਹਦੇ 'ਚ? ਦੇਖੋ, ਮੇਰੇ ਕੋਲ ਤਾਂ ਆਪਣੀ ਤਾਂ ਮਰਲਾ ਜ਼ਮੀਨ ਵੀ ਨਹੀਂ, ਸੋ ਇਸ ਕਰਕੇ ਮੈਨੂੰ ਤਾਂ ਖੇਤੀ ਦੇ ਵਿੱਚ, ਮੈਂ ਖੇਤੀ ਮਜ਼ਦੂਰ ਦਾ ਰਿਹਾ, ਪਰ ਖੇਤੀ ਕਰਨ ਦੇ ਲਈ ਮੈਂ ਉਹਦੇ 'ਤੇ ਨਹੀਂ ਹਾਂ। ਪਰ ਜੇ ਮੇਰੀ ਕਿਤੇ ਦੇਸ਼ ਨੂੰ ਸਮਾਜ ਨੂੰ ਲੋੜ ਹੋਵੇ ਜਿੱਥੇ ਮੈਂ ਰੋਲ ਅਦਾ ਕਰ ਸਕਦਾ ਹੋਵਾਂ, ਤਾਂ ਐਜ ਏ ਦੇਸ਼ ਦਾ ਨਾਗਰਿਕ ਹੋਣ ਦੇ ਨਾਤੇ ਮੈਂ ਆਪਣੀ ਸੇਵਾਵਾਂ ਦੇਣ ਨੂੰ ਤਿਆਰ ਹਾਂ, ਬਸ਼ਰਤੇ ਕਿ ਮੇਰੀ ਕੋਈ ਸੇਵਾ ਦੀ ਲੋੜ ਕਿਸੇ ਨੂੰ ਮਹਿਸੂਸ ਹੁੰਦੀ ਹੋਵੇ ਤਾਂ ਮੈਂ ਜ਼ਰੂਰ ਕਰਾਂਗਾ। ਐਮਐਚ ਪ੍ਰਾਈਮ ਨਾਲ ਗੱਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਸਰ। ਥੈਂਕ ਯੂ, ਧੰਨਵਾਦ।